हेलो एवरीवन, ज्ञानम अबोहर ऑनलाइन प्लेटफॉर्म ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤਾਂ ਗਿਆਨਮ ਅਬੋਹਰ ਜੋ ਕਿ ਐਜੂਕੇਸ਼ਨ ਲਾਈਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਕੁਆਲਿਟੀ ਪ੍ਰੋਵਾਈਡ ਕਰ ਰਿਹਾ ਹੈ। ਤਾਂ ਜੋ ਪਿੱਛੇ ਵੈਕੈਂਸੀਜ਼ ਆਊਟ ਹੋਈਆਂ ਸੀ ਮਾਸਟਰ ਕੈਡਰ ਲਈ, ਤਾਂ ਮਾਸਟਰ ਕੈਡਰ ਇੰਗਲਿਸ਼, ਹਿੰਦੀ, ਪੰਜਾਬੀ, ਐਸਐਸਟੀ ਸਭ ਦੇ ਬੈਚਸ ਸਟਾਰਟ ਹੋਣ ਜਾ ਰਹੇ ਹੈ। ਤੁਹਾਨੂੰ ਇਨਫੋਰਮੇਸ਼ਨ ਸ਼ਾਇਦ ਆਲਰੇਡੀ ਮਿਲ ਵੀ ਗਈ ਹੋਏਗੀ। ਤਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਐਸਐਸਟੀ ਮਾਸਟਰ ਕੈਡਰ ਦਾ ਸਿਲੇਬਸ। ਐਸਐਸਟੀ ਮਾਸਟਰ ਕੈਡਰ ਦੇ ਵਿੱਚ ਸਿਲੇਬਸ ਦੇ ਵਿੱਚ ਐਕਚੁਅਲੀ ਕੀ ਆਣਾ ਹੈ। देखो मोस्ट ऑफ दी स्टूडेंट्स दो ही सब्जेक्ट सिलेक्ट कर रहे हैं। अपनी जिहड़ी एरिया दे स्टूडेंट्स ने उन्हां कोल दो सब्जेक्ट ज्यादातर देखे जा रहे हैं, वो है हिस्ट्री ते सिविक्स। हिस्ट्री ते सिविक्स दे विच की आने वाला है, की रहने वाला है, या फिर प्रीवियस ईयर पेपर दे विच जिहड़ा है वो किथों ज्यादा मार्क्स उन्होंने गेन करे ने, किथे ज्यादा क्वेश्चन पाए सी, किहड़े टॉपिक दे विचों कितने मार्क्स दा मोस्टली रहेगा अपने पेपर दे विच, वो आपां सारा डिस्कस करन जा रहे हां। काफी स्टूडेंट्स नूं दिक्कत आंदी है, दिक्कत की आंदी है पता नहीं चलदा आपां किहड़ा टॉपिक है जाए जिन्हों प्रॉपर वे दे नाल एक सीक्वेंस दे विच या फिर एक टॉपिक वाइज कवर करना है एक सीक्वेंस विच। ਤਾਂ ਉਹ ਤੁਹਾਡੇ ਨਾਲ ਮੈਂ ਸਾਰਾ ਡਿਸਕਸ ਕਰਾਂਗਾ ਅੱਜ ਐਸਐਸਟੀ ਮਾਸਟਰ ਕੈਡਰ ਦਾ ਸਿਲੇਬਸ। ਤਾਂ ਐਸਐਸਟੀ ਦੇ ਉੱਪਰ ਆਪਾਂ ਦੋਨੋਂ ਸਬਜੈਕਟ ਬਾਰੇ ਪੜ੍ਹਦੇ ਆ। ਤਾਂ ਪਹਿਲਾ ਸਬਜੈਕਟ ਆਪਣੇ ਕੋਲ ਜਿਹੜਾ ਹੈਗਾ ਉਹ ਹੈਗਾ ਸਿਵਿਕਸ। ਤਾਂ ਸਿਵਿਕਸ ਜਿਹਨੂੰ ਆਪਾਂ ਪੋਲਿਟਿਕਸ ਵੀ ਕਹਿ ਦਿੰਦੇ ਆ। ਤਾਂ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਜਿਹੜਾ ਰੱਖਿਆ ਹੈ ਪੋਲੀਟੀਕਲ ਸਾਇੰਸ, ਆਪਾਂ ਜਿਹਨੂੰ ਬੋਲਦੇ ਆ। ਪੋਲੀਟੀਕਲ ਸਾਇੰਸ ਦੇ ਵਿੱਚ ਦੋ ਚੀਜ਼ਾਂ ਰੱਖੀਆਂ ਉਹਨਾਂ ਨੇ, ਇੱਕ ਤਾਂ ਆਪਣਾ ਸਾਰਾ ਕਨਸਟੀਟਿਊਸ਼ਨ, दूसरा कुछ एक्स्ट्रा समथिंग पॉइंट होर भी हैगे ने। ਤਾਂ ਉਹ ਦੋਨੋਂ ਚੀਜ਼ਾਂ ਬਾਰੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਸਿਵਿਕਸ ਦੇ ਵਿੱਚ ਜਿਹੜਾ ਪਹਿਲਾ ਹੈਗਾ ਆਪਣੇ ਕੋਲ ਪਾਰਟ ਕਨਸਟੀਟਿਊਸ਼ਨ। ਤਾਂ ਜਿਹੜਾ ਆਪਣਾ ਸੰਵਿਧਾਨ ਹੈਗਾ ਉਹ ਸੰਵਿਧਾਨ ਦਾ ਕੀ ਮੈਂਸ਼ਨ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖ ਲਈਏ ਸੰਵਿਧਾਨ ਦਾ ਕੀ ਮੈਂਸ਼ਨ ਹੈ। ਸੰਵਿਧਾਨ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਸਟਾਰਟਿੰਗ ਤੋਂ ਸੰਵਿਧਾਨ ਦੀ ਸਟਾਰਟਿੰਗ ਤੋਂ ਆਪਣੇ ਸੰਵਿਧਾਨ ਦੇ ਜਿਹੜੇ ਫੀਚਰਸ ਹੈਗੇ ਆ, ਫੀਚਰਸ ਬੋਲੇ ਤਾਂ ਵਿਸ਼ੇਸ਼ਤਾਵਾਂ ਜਿਹੜੀਆਂ ਹੈਗੀਆਂ ਨੇ ਉਹ ਮੈਂਸ਼ਨ ਕਰੀਏਗੇ ਆਪਣੇ ਸੰਵਿਧਾਨ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਉਹਦੇ ਤੋਂ ਬਾਅਦ ਅੱਗੇ ਚਲੀਏ ਆਪਣੇ ਸੰਵਿਧਾਨ ਦਾ ਪ੍ਰੀਐਂਬਲ। ਦੇਖੋ ਪ੍ਰੀਐਂਬਲ ਕੀ ਹੁੰਦਾ, ਪ੍ਰੀਐਂਬਲ ਹੁੰਦੀ ਹੈ ਪ੍ਰਸਤਾਵਨਾ। ਪ੍ਰਸਤਾਵਨਾ ਐਕਚੁਅਲ ਦੇ ਵਿੱਚ ਕੀ ਹੁੰਦੀ ਹੈ, ਜਿਵੇਂ ਆਪਣੀ ਨਾਰਮਲ ਸਕੂਲ ਕਾਲਜ ਦੀ ਬੁੱਕ ਦਾ ਪਹਿਲਾ ਪੇਜ ਹੁੰਦਾ ਇੰਟਰੋਡਕਸ਼ਨ ਜਿਹਨੂੰ ਬੋਲਦੇ ਆ, ਪਰਿਚੈ ਬੋਲਦੇ ਆ, ਉਦਾਂ ਹੀ ਆਪਣੇ ਸੰਵਿਧਾਨ ਦਾ ਪਰਿਚੈ ਕੀ ਹੈਗਾ ਪ੍ਰੀਐਂਬਲ, ਜਿਹਨੂੰ ਆਪਾਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਕਹਿ ਦਿੰਦੇ ਆ ਪ੍ਰਸਤਾਵਨਾ। ਦੇਖੋ ਜਿਹੜੀਆਂ ਆਪਣੀਆਂ ਕਲਾਸਿਸ ਹੋਣਗੀਆਂ ਉਹ ਕਲਾਸਿਸ ਦੇ ਵਿੱਚ ਦੋਨੋਂ ਦੀ ਦੋਨੋਂ ਲੈਂਗੁਏਜ ਯੂਜ਼ ਹੋਏਗੀ, ਹਿੰਦੀ ਪੰਜਾਬੀ ਵੀ ਤੇ ਇੰਗਲਿਸ਼ ਵੀ। ਤੁਹਾਡੇ ਸਾਹਮਣੇ ਮੈਂ ਹਿੰਦੀ ਦੇ ਵਿੱਚ ਲਿਖ ਰਿਹਾ, पंजाबी दे विच बोल रहे हैं ते इंग्लिश तुहाडे सामने ऑलरेडी मेंशन है। तो अपने कोल पहले दो पॉइंट है, फीचर्स ने, कॉन्स्टिट्यूशन दे विशेषतावां ने, उहदे तो बाद प्रीएंबल है, प्रस्तावना हैगा। प्रस्तावना तो अगे चलिए अपने कोल होर की हैगा, होर अपने कोल कॉन्सेप्ट आंदा है सिटीजनशिप दा। सिटीजनशिप बोले तो नागरिकता। नागरिकता की हुंदी है, किवें एक पर्सन इंडिया का नागरिक बन सकता है, किवें एक पर्सन तो इंडिया की नागरिकता खोई जा सकती है, या फिर जो कॉन्स्टिट्यूशन बनया सी, इंडिया आजाद होया सी, किहड़े पर्सन इंडिया दे विच रखे गए सी, किन्हां नूं नागरिकता दित्ती गई सी, किन्हां नूं नहीं दित्ती गई सी, ਉਹ ਸਾਰਾ ਨਾਗਰਿਕਤਾ ਦਾ ਕਨਸੈਪਟ ਇੱਥੇ ਆਉਂਦਾ ਹੈ। ਉਹਦੇ ਤੋਂ ਬਾਅਦ ਕਨਸੈਪਟ ਆਉਂਦਾ ਆਪਣੇ ਕੋਲ ਫੰਡਾਮੈਂਟਲ ਰਾਈਟਸ ਦਾ। ਫੰਡਾਮੈਂਟਲ ਰਾਈਟਸ ਆਪਣੇ ਮੌਲਿਕ ਅਧਿਕਾਰ ਤੇ ਫੰਡਾਮੈਂਟਲ ਡਿਊਟੀਜ਼ ਆਪਣੇ ਮੂਲਭੂਤ ਕਰਤੱਵ ਹੈ। ਤਾਂ ਅਧਿਕਾਰ ਤੇ ਕਰਤੱਵ ਆਪਣੇ ਕੋਲ ਦੇਖੇ ਜਾਣਗੇ। ਅਧਿਕਾਰ ਤੇ ਕਰਤੱਵ ਦੀ ਗੱਲ ਕਰਾਂ, ਜਿਹੜੇ ਐਟ ਪ੍ਰੈਜ਼ੈਂਟ ਅਧਿਕਾਰ ਆਪਣੇ 6 ਹੈ ਤੇ ਕਰਤੱਵ ਜਿਹੜੇ ਹੈਗੇ ਆ, ਡਿਊਟੀਜ਼ ਜਿਹੜੀਆਂ ਹੈਗੀਆਂ ਨੇ ਉਹ 11 ਨੇ। ਤਾਂ ਆਪਣੇ ਕੋਲ ਆ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਕੀਤਾ ਗਿਆ। ਇਹਦੇ ਤੋਂ ਅੱਗੇ ਚੱਲੀਏ, ਅਗਲਾ ਟੌਪਿਕ ਜਿਹੜਾ ਆਪਣੇ ਕੋਲ ਹੈਗਾ ਉਹ ਹੈਗਾ ਸੈਂਟਰਲ ਗਵਰਨਮੈਂਟ, ਕੇਂਦਰ ਸਰਕਾਰ, ਤੇ ਦੂਸਰਾ ਆਪਣੇ ਕੋਲ ਹੈਗਾ ਸਟੇਟ ਗਵਰਨਮੈਂਟ। ਸਟੇਟ ਗਵਰਨਮੈਂਟ ਬੋਲੇ ਤਾਂ ਰਾਜ ਸਰਕਾਰ। ਤਾਂ ਆਪਣੇ ਕੋਲ ਦੋ ਟੌਪਿਕ ਆ ਵਾਲੇ। ਹੁਣ ਇਹਨਾਂ ਦੇ ਵਿੱਚ ਆਣ ਕੀ ਵਾਲਾ ਉਹ ਵੀ ਮੈਂ ਦੱਸ ਦਿੰਦਾ। ਸੈਂਟਰਲ ਗਵਰਨਮੈਂਟ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਟੌਪਿਕ ਦੇ ਵਿੱਚ ਮੈਂਸ਼ਨ ਕਰੇ ਹੈ, ਦੋ ਟੌਪਿਕ ਸਭ ਤੋਂ ਪਹਿਲੇ ਉਹਨਾਂ ਨੇ ਮੈਂਸ਼ਨ ਕਰਿਆ ਲੋਕ ਸਭਾ, ਰਾਜ ਸਭਾ। ਲੋਕ ਸਭਾ ਤੇ ਰਾਜ ਸਭਾ। ਦੇਖੋ ਲੋਕ ਸਭਾ ਤੇ ਰਾਜ ਸਭਾ ਦੋ ਚੀਜ਼ਾਂ ਮੈਂਸ਼ਨ ਕਰੀਆਂ ਨੇ। मतलब अपनी पार्लियामेंट कह सकते हैं, बोले तो अपनी संसद। ठीक है, संसद दा तीसरा बंदा कौन होता है, अपना राष्ट्रपति। तो उन्होंने प्रेसिडेंट भी मेंशन करे, नाल उन्होंने पीएम भी मेंशन करे, प्रधानमंत्री भी मेंशन करे। देखो ਆਪਾਂ ਸਿਲੇਬਸ ਤਾਂ ਕਵਰ ਕਰਾਂਗੇ ਸਿਲੇਬਸ ਇਕੱਲੇ ਕਵਰ ਕਰਨ ਨਾਲ ਆਪਣਾ ਪੂਰਾ ਨਹੀਂ ਪੈਣਾ ਪੇਪਰ ਦੇ ਵਿੱਚ। ਤਾਂ ਸਿਲੇਬਸ ਦੇ ਨਾਲ ਕੁਝ ਐਕਸਟਰਾ ਚੀਜ਼ਾਂ ਕਰਨੀਆਂ ਪੈਣੀਆਂ ਨੇ। ਫੋਰ ਐਗਜ਼ਾਮਪਲ ਉਹਨਾਂ ਨੇ ਪ੍ਰੈਜ਼ੀਡੈਂਟ ਦਾ ਲਿਖਤਾ ਹਨਾ, प्राइम मिनिस्टर लिखता, काउंसिल ऑफ मिनिस्टर किधर गए, मंत्रियों की परिषद किधर गई, स्टार्टिंग तो प्रीएम्बल लिखता, शेड्यूल्स किधर गए। तो जेडे टॉपिक उन्होंने मेंशन नहीं करे उन्हां तो भी लास्ट टाइम पेपर दे विच सिलेबस दे विच पेपर देखण नूं मिले गए क्वेश्चन। तो आपां ਉਹ ਵਾਲੇ टॉपिक भी नाल नाल कवर जरूर करांगे जेडे सिलेबस दे विच मेंशन नहीं है।
ਤਾਂ ਉਹਨਾਂ ਨੇ ਕਾਫੀ ਚੀਜ਼ਾਂ ਮੈਂਸ਼ਨ ਨਹੀਂ ਕਰੀਆਂ ਕਨਸਟੀਟਿਊਸ਼ਨ ਦੀਆਂ, ਤਾਂ ਐਦਾਂ ਨਾ ਸਮਝੋ ਵੀ ਉਹਦੇ ਤੋਂ ਮਤਲਬ ਉਹ ਵਾਲੇ ਟੌਪਿਕਸ ਤੋਂ ਪੇਪਰ ਦੇ ਵਿੱਚ ਨਹੀਂ ਆ ਸਕਦਾ। ਤਾਂ ਪੇਪਰ ਦੇ ਵਿੱਚ ਲਾਸਟ ਟਾਈਮ ਸ਼ਡਿਊਲ ਦੇ ਉੱਪਰ ਕੁਐਸਚਨ ਆਇਆ, ਜਿਵੇਂ ਪਹਿਲਾ ਕੁਐਸਚਨ ਹੀ ਸ਼ਡਿਊਲ ਦੇ ਉੱਪਰ ਸੀ ਆਪਣੀ 8ਵੀਂ ਅਨੁਸੂਚੀ ਉਹ ਕਿਹੜੀ ਹੈ, ਤਾਂ ਉਹ ਵੀ ਆਪਾਂ ਸਾਰਾ ਕਵਰ ਜ਼ਰੂਰ ਕਰਾਂਗੇ ਆਪਣੇ ਸਿਲੇਬਸ ਦੇ ਵਿੱਚ। ਕੱਲਾ ਆਪਣਾ ਸਿਲੇਬਸ ਪੁਆਇੰਟ ਆਫ View ਨਾਲ ਨਹੀਂ ਚੱਲਾਂਗੇ, ਕਨਸਟੀਟਿਊਸ਼ਨ ਕਿਵੇਂ ਬਣਿਆ, ਉਹਦੀ ਹਿਸਟੋਰੀਕਲ ਬੈਕਗ੍ਰਾਉਂਡ, ਕਨਸਟੀਟਿਊਸ਼ਨ ਦੀ ਸਟਾਰਟਿੰਗ ਆਪਾਂ A to Z ਸਾਰੀ ਦੇਖਣੀ ਹੈ, ਠੀਕ ਹੈ। ਅੱਗੇ ਚਲਿਏ, ਆਪਣੇ ਕੋਲ ਇਧਰ ਸਟੇਟ ਗਵਰਨਮੈਂਟ ਆਈ ਹੈ। ਸਟੇਟ ਗਵਰਨਮੈਂਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕਰਿਆ ਇੱਕ ਗਵਰਨਰ ਤੇ ਇੱਕ ਦੂਸਰਾ ਸੀਐਮ। ਹੁਣ ਦੋ ਚੀਜ਼ਾਂ ਇਹਨਾਂ ਨੇ ਮੈਂਸ਼ਨ ਕਰੀਆਂ, ਗਵਰਨਰ ਸੀਐਮ, ਲੇਕਿਨ ਸਟੇਟ ਗਵਰਨਮੈਂਟ ਪੂਰੀ ਥੋੜੀ ਹੋ ਜਾਂਦੀ ਹੈ। ਵਿਧਾਨ ਸਭਾ ਕਿੱਥੇ ਜਾਏਗੀ, ਵਿਧਾਨ ਪਰਿਸ਼ਦ ਕਿੱਥੇ ਜਾਏਗੀ, ਮੰਤਰੀਆਂ ਦੀ ਪਰਿਸ਼ਦ ਕਿੱਥੇ ਜਾਏਗੀ, ਇਧਰ ਅਟਾਰਨੀ ਜਨਰਲ ਮਹਾਨਿਆਇਵਾਦੀ, ਇਧਰ ਮਹਾਧਿਵਕਤਾ, ਉਹ ਕਿੱਧਰ ਜਾਣਗੇ। ਤਾਂ ਉਹ ਟੌਪਿਕ ਜਿਹੜੇ ਇਹਨਾਂ ਨੇ ਛੱਡੇ ਹੈ ਉਹ ਵੀ ਆਪਾਂ ਵਿੱਚ ਜ਼ਰੂਰ ਕਵਰ ਕਰਾਂਗੇ, ਠੀਕ ਹੈ, ਤਾਂ ਕਿ ਆਪਣੇ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਪੈਂਡਿੰਗ ਨਾ ਰਹੇ। ਅੱਗੇ ਚਲਿਏ, ਤਾਂ ਆਪਣੇ ਕੋਲ ਹੋਰ ਇਹਨਾਂ ਨੇ ਕੀ ਦਿੱਤਾ ਹੈ, ਹੋਰ ਦਿੱਤਾ ਆਪਣੇ ਕੋਲ ਜੁਡੀਸ਼ਰੀ ਨਿਆਂਪਾਲਿਕਾ ਦੇ ਵਿੱਚ ਸੁਪਰੀਮ ਕੋਰਟ ਤੋਂ ਬਾਅਦ ਹਾਈ ਕੋਰਟ, ਸਰਵੋੱਚ ਨਿਆਲਿਆ, ਉੱਚ ਨਿਆਲਿਆ ਤੇ ਆਪਣੀਆਂ ਲੋਕਲ ਕੋਰਟਸ। ਲੋਕਲ ਕੋਰਟਸ ਦੇ ਨਾਲ ਟੌਪਿਕ ਦਿੱਤਾ ਉਹਨਾਂ ਨੇ FIR, ਠੀਕ ਹੈ। ਤਾਂ ਆਪਣੇ ਕੋਲ ਆ ਜੁਡੀਸ਼ਰੀ ਸਿਸਟਮ ਦੇ ਵਿੱਚ ਕਵਰ ਕਰਿਆ ਤੇ ਆਪਣੇ ਜਿਹੜੇ ਸਰਕਾਰ ਹੈਗੀ ਆ ਉਹਦੇ ਤਿੰਨ ਆਰਗਨ ਹੈਗੇ ਨੇ, ਤਿੰਨ ਆਰਗਨ ਜਿਹੜੇ ਉਹਨਾਂ ਨੇ ਕਵਰ ਕਰੇ ਨੇ ਉਹ ਕਿਹੜੇ ਕਿਹੜੇ ਹੈ, ਸਭ ਨੇ ਸੁਣੇ ਹੋਏ ਆ, ਕਾਰਿਆਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ। ਤਾਂ ਜੁਡੀਸ਼ਰੀ, ਨਿਆਂਪਾਲਿਕਾ, ਐਗਜ਼ੀਕਿਊਟਿਵ ਤੇ ਲੈਜਿਸਲੇਚਰ। ਲੈਜਿਸਲੇਚਰ ਕੀ ਹੁੰਦਾ, ਵਿਧਾਨਪਾਲਿਕਾ, ਕਾਰਿਆਪਾਲਿਕਾ ਤੇ ਨਿਆਂਪਾਲਿਕਾ। ਆ ਤਿੰਨ ਆਰਗਨ ਆਪਣੀ ਪੂਰੀ ਸਰਕਾਰ ਦੇ ਇਹਨਾਂ ਨੇ ਇਹ ਵੀ ਸਿਲੇਬਸ ਦੇ ਵਿੱਚ ਮੈਂਸ਼ਨ ਕਰੇ ਹੈ, ਜਿਹਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਜ਼ਰੂਰ ਪੜਾਂਗੇ ਐਕਚੁਅਲ ਦੇ ਵਿੱਚ ਹੈਗਾ ਕੀ ਹੈ। ਅੱਗੇ ਚਲਿਏ, ਆਪਣੇ ਕੋਲ ਇਹਦੇ ਤੋਂ ਬਾਅਦ ਉਹਨਾਂ ਨੇ ਕੀ ਮੈਂਸ਼ਨ ਕਰਿਆ, ਇਹਦੇ ਤੋਂ ਬਾਅਦ ਅਗਰ ਆਪਾਂ ਆਈਏ ਆਪਣੀ ਪੰਚਾਇਤੀ ਰਾਜ, ਲੋਕਲ ਗਵਰਨਮੈਂਟ, ਸੈਂਟਰਲ ਗਵਰਨਮੈਂਟ ਹੋਗੀ, ਸਟੇਟ ਗਵਰਨਮੈਂਟ ਹੋਗੀ, ਪੰਚਾਇਤੀ ਰਾਜ, ਲੋਕਲ ਗਵਰਨਮੈਂਟ ਤੇ ਮਿਊਨਿਸਪੈਲਿਟੀ। ਮਿਊਨਿਸਪੈਲਿਟੀ ਕੀ ਹੁੰਦੀ ਹੈ, ਨਗਰਪਾਲਿਕਾ। ਤਾਂ ਆਪਣੇ ਕੋਲ ਉਹਨਾਂ ਨੇ ਆ ਵੀ ਦੋ ਟੌਪਿਕ ਮੈਂਸ਼ਨ ਕਰੇ ਹੈ, ਜਾਂ ਆਪਾਂ ਕਹਿ ਦਈਏ ਗ੍ਰਾਸ ਰੂਟ ਲੈਵਲ। ਗ੍ਰਾਸ ਰੂਟ ਲੈਵਲ ਤੇ ਜਿਹੜੀ ਡੈਮੋਕ੍ਰੇਸੀ ਚੱਲਦੀ ਹੈ ਆਪਣੀ, ਉਹ ਸਾਰੀ ਡੈਮੋਕ੍ਰੇਸੀ, ਇਵਨ ਕਿ ਪੰਚਾਇਤੀ ਰਾਜ, ਮਿਊਨਿਸਪੈਲਿਟੀ ਗ੍ਰਾਸ ਰੂਟ ਲੈਵਲ ਤੇ ਹੀ ਆ ਜਾਂਦਾ, ਲੇਕਿਨ ਇਹਦੇ ਅੰਡਰ ਵੀ ਸਟਰਕਚਰ ਹੈਗਾ, ਉਹ ਸਟਰਕਚਰ ਵੀ ਆਪਾਂ ਜ਼ਰੂਰ ਰੀਡ ਆਊਟ ਕਰਾਂਗੇ ਇੱਥੇ। ਤਾਂ ਇਹ ਆਪਣਾ ਉਹਨਾਂ ਨੇ ਮੈਂਸ਼ਨ ਕਰਿਆ। ਅੱਗੇ ਚਲਿਏ, ਇਹਦੇ ਤੋਂ ਬਾਅਦ ਉਹਨਾਂ ਨੇ ਕੀ ਮੈਂਸ਼ਨ ਕਰਿਆ, ਇਹਦੇ ਤੋਂ ਬਾਅਦ ਉਹਨਾਂ ਨੇ ਮੈਂਸ਼ਨ ਕਰਿਆ ਆਪਣਾ ਫੈਡਰਲ ਸਿਸਟਮ। ਆਪਣੇ ਫੈਡਰਲ ਸਿਸਟਮ ਦੇ ਵਿਸ਼ੇਸ਼ਤਾਵਾਂ ਕੀ ਕੀ ਹੈਗੀਆਂ ਨੇ। ਇੱਕ ਟੌਪਿਕ ਮੈਂਸ਼ਨ ਕੀਤਾ ਉਹਨਾਂ ਨੇ, ਸੈਂਟਰਲ ਐਂਡ ਸਟੇਟ ਦੇ ਰਿਲੇਸ਼ਨ। ਸੈਂਟਰਲ ਸਟੇਟ ਰਿਲੇਸ਼ਨ ਜਿਹੜੇ ਹੁੰਦੇ ਆ, ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਵਿੱਚ ਜਿੰਨੇ ਵੀ ਸਬੰਧ ਹੁੰਦੇ ਨੇ ਉਹ ਉਹਨਾਂ ਨੇ ਮੈਂਸ਼ਨ ਕਰਿਆ। ਇਹ ਕਾਫੀ ਅੱਛਾ ਕਨਸੈਪਟ ਬਣਦਾ ਹੈ ਤੇ ਇਹਨੂੰ ਆਪਾਂ ਜ਼ਰੂਰ ਡੀਪ ਦੇ ਵਿੱਚ ਪੜਾਂਗੇ, ਕਾਫੀ ਇਹਦੇ ਵਿੱਚ ਕਾਫੀ ਜਿਹਨਾਂ ਨੂੰ ਦਿੱਕਤ ਵੀ ਰਹਿੰਦੀ ਹੈ। ਇਹਦੇ ਤੋਂ ਬਾਅਦ ਅਗਰ ਚੱਲੀਏ ਤਾਂ ਇਹਦੇ ਤੋਂ ਬਾਅਦ ਉਹਨਾਂ ਨੇ ਮੈਂਸ਼ਨ ਕਰਿਆ ਇਲੈਕਸ਼ਨ ਦਾ ਪੂਰਾ ਸਿਸਟਮ, ਇਲੈਕਸ਼ਨ ਕਮਿਸ਼ਨ, ਚੁਣਾਵ ਆਯੋਗ, ਇਲੈਕਸ਼ਨ ਦਾ ਪ੍ਰੋਸੈਸ ਕੀ ਹੈ, ਜਾਂ ਫਿਰ ਇਲੈਕਸ਼ਨ ਦੇ ਟਾਈਮ ਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਯੂਜ਼ ਕੀਤੇ ਜਾਂਦੇ ਆ, ਉਹ ਸਾਰਾ ਇਲੈਕਸ਼ਨ ਸਿਸਟਮ ਤੇ ਨਾਲ ਆਪਣੀ ਪਾਰਟੀ ਸਿਸਟਮ। ਹੁਣ ਪਾਰਟੀ ਸਿਸਟਮ ਕਿਹੜਾ, ਪਾਰਟੀ ਸਿਸਟਮ ਇੱਕ ਤਾਂ ਆਪਣੇ ਕੋਲ ਸੈਂਟਰਲ ਗਵਰਨਮੈਂਟ ਦਾ ਪਾਰਟੀ ਸਿਸਟਮ ਪੜਾਂਗੇ, ਇੱਕ ਆਪਣੀ ਪੰਜਾਬ ਗਵਰਨਮੈਂਟ ਦਾ ਪੜਾਂਗੇ, ਇੱਕ ਆਪਣੀ ਲੋਕਲ ਗਵਰਨਮੈਂਟ ਦਾ, ਲੋਕਲ ਏਰੀਆ ਦੇ ਜਿਹੜੇ ਇੰਡੀਪੈਂਡੈਂਟ ਪਾਰਟੀਆਂ ਨੇ ਉਹ ਵੀ ਨਾਲ ਇੱਥੇ ਕਵਰ ਕਰਾਂਗੇ, ਤੇ ਅਨਦਰ ਸਟੇਟ ਗਵਰਨਮੈਂਟ ਦੀਆਂ ਪਾਰਟੀਆਂ ਜਿਹੜੀਆਂ ਨਵੀਆਂ ਆਈਆਂ ਨੇ ਉਹ ਵੀ ਆਪਾਂ ਸਾਰੀਆਂ ਇੱਥੇ ਕਵਰ ਕਰਨੀਆਂ ਨੇ। ਤਾਂ ਆ ਆਪਣਾ ਇੱਥੇ ਇਲੈਕਸ਼ਨ ਸਿਸਟਮ ਬਾਰੇ ਉਹਨਾਂ ਨੇ ਕਿਹਾ। ਅੱਗੇ ਚਲਿਏ, ਤਾਂ ਆਪਣੇ ਕੋਲ ਪ੍ਰੈਜ਼ੀਡੈਂਟ ਦੀ ਵਿੱਚ ਹੀ ਐਮਰਜੈਂਸੀ ਪਾਵਰਸ ਦੀ ਗੱਲ ਕਰੀ ਹੋਈ ਹੈ, ਤਾਂ ਐਮਰਜੈਂਸੀ ਪਾਵਰਸ ਬਾਰੇ ਵੀ ਇੱਥੇ ਪੜਾਂਗੇ। ਆਪਣੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਹੁੰਦੀਆਂ ਨੇ ਉਹ ਵੀ ਪੜਾਂਗੇ। ਇੱਕ ਕਨਸੈਪਟ ਦਿੱਤਾ ਉਹਨਾਂ ਨੇ, ਲੋ, ਲਿਬਰਟੀ, ਜਸਟਿਸ, ਇਕੁਐਲਿਟੀ। ਤਾਂ ਆਪਣਾ ਜਿਹੜਾ ਆ ਵਾਲਾ ਕਨਸੈਪਟ ਹੈ, ਕਾਫੀ ਜਿਹਨਾਂ ਨੂੰ ਇਹਦੀ ਦਿੱਕਤ ਰਹਿੰਦੀ ਹੈ। ਇੱਕ ਆ ਕਨਸੈਪਟ ਹੈ ਆਪਣੇ ਪੜਨ ਦਾ, ਇਹ ਈਵਨ ਕਿ ਬਹੁਤ ਸਿੰਪਲ ਕਨਸੈਪਟ ਹੈ, ਆਪਣੇ ਪੜਦੇ ਵਿੱਚ ਹੀ ਸਾਰਾ ਕਵਰ ਹੋ ਜਾਏਗਾ, ਲੇਕਿਨ ਜੇ ਅਲੱਗ ਤੋਂ ਵੀ ਆਪਾਂ ਇਹਨੂੰ ਰੀਡ ਆਊਟ ਕਰਾਂਗੇ। ਇਹਦੇ ਤੋਂ ਬਾਅਦ ਚਲੀਏ, ਹੋਰ ਕੀ ਇਹਨਾਂ ਨੇ ਰੱਖਿਆ, ਤਾਂ ਇਹਦੇ ਤੋਂ ਬਾਅਦ ਉਹਨਾਂ ਨੇ ਫੋਰਨ ਪਾਲਿਸੀਜ਼ ਰੱਖੀਆਂ ਨੇ। ਫੋਰਨ ਪਾਲਿਸੀਜ਼ ਤੋਂ ਬਾਅਦ ਇਹਨਾਂ ਨੇ ਰੱਖੀਆਂ ਨੇ ਥਿਊਰੀਜ਼। ਤਾਂ ਦੋ ਟੌਪਿਕ ਹੋਰ ਸਿਲੇਬਸ ਦੇ ਵਿੱਚ ਤੁਹਾਡੇ ਮੈਂਸ਼ਨ ਹੋਣਗੇ, ਜਿੰਦੇ ਵਿੱਚ ਕਾਫੀ ਜਿਹਨਾਂ ਨੂੰ ਦਿੱਕਤ ਵੀ ਆਂਦੀ ਹੈ। ਫੋਰਨ ਪਾਲਿਸੀਜ਼, ਵਿਦੇਸ਼ ਦੀ ਨੀਤੀਆਂ। ਹੁਣ ਜਿਹੜੀਆਂ ਵਿਦੇਸ਼ ਦੀਆਂ ਨੀਤੀਆਂ ਨੇ ਉਹਦੇ ਵਿੱਚ ਟੌਪਿਕ ਹੈਗੇ ਨੇ ਯੂਐਨਓ ਇਵਨ ਕਿ ਅਲੱਗ ਤੋਂ ਹੀ ਦਿੱਤਾ ਹੋਇਆ ਹੈ, ਸਾਰਕ, ਪੰਚਸ਼ੀਲ ਤੋਂ ਬਾਅਦ ਨਾਮ, ਨੋਨ ਅਲਾਈਨਡ ਮੂਵਮੈਂਟ, ਡਿਜ਼ਾਰਮਾਮੈਂਟ ਬੋਲੋ ਤਾਂ ਨਿਸ਼ਸਤਰੀਕਰਨ। ਹੁਣ ਕਈਆਂ ਨੂੰ ਤਾਂ ਵਾਲੇ ਟੌਪਿਕ ਮਿਲਦੇ ਹੀ ਨਹੀਂ, ਆਪਾਂ ਅੱਛੇ ਤਰੀਕੇ ਨਾਲ ਪੜ੍ਹਦੇ ਨਹੀਂ। ਡਿਜ਼ਾਰਮਾਮੈਂਟ ਐਕਚੁਅਲੀ ਪ੍ਰੋਵਾਈਡ ਨਹੀਂ ਕੀਤਾ ਜਾਂਦਾ ਹਨਾ, ਲੇਕਿਨ ਆਪਣੀ ਸੀਰੀਜ਼ ਦੇ ਵਿੱਚ ਸਿੰਗਲ ਟੂ ਸਿੰਗਲ ਟੌਪਿਕ ਹੋਏਗਾ ਤਾਂ ਕਿ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਆਪਣਾ ਸਕਿਪ ਨਾ ਹੋਏ, ਠੀਕ ਹੈ। ਤਾਂ ਆਪਣੇ ਕੋਲ ਫੋਰਨ ਪਾਲਿਸੀ ਦੇ ਵਿੱਚ ਆ ਥਿਊਰੀਜ਼ ਤਿੰਨ ਹੈਗੀਆਂ ਨੇ। ਪਹਿਲੀ ਥਿਊਰੀ ਆਪਣੇ ਕੋਲ ਹੈਗੀ ਹੈ ਲਿਬਰਲਿਜ਼ਮ, ਦੂਸਰੀ ਹੈਗੀ ਹੈ ਮਾਰਕਸਿਜ਼ਮ, ਮਾਰਕਸਵਾਦ,
ਮਾਰਕਸਿਜ਼ਮ ਤੋਂ ਬਾਅਦ ਆਪਣੇ ਕੋਲ ਹੈਗੀ ਹੈ ਗਾਂਧੀਜ਼ਮ, ਗਾਂਧੀਵਾਦ। ਤਾਂ ਆਪਣੇ ਕੋਲ ਆ ਸਾਰਾ ਪੋਲੀਟੀਕਲ ਦਾ ਸਿਲੇਬਸ ਹੈ, ਪੋਲੀਟੀਕਲ ਸਾਇੰਸ ਦਾ ਕਹਿ ਲਓ ਜਾਂ ਸਿਵਿਕਸ ਦਾ ਕਹਿ ਲਓ। ਤਾਂ ਆ ਸਾਰਾ ਸਿਲੇਬਸ ਆਪਾਂ ਪੂਰੀ ਡੈਪਥ ਦੇ ਵਿੱਚ ਜਾ ਕੇ ਇੱਕ ਛੋਟੇ ਤੋਂ ਛੋਟਾ ਪੁਆਇੰਟ ਕਵਰ ਕਰਨਾ ਹੈ ਤਾਂ ਕਿ ਆਪਾਂ ਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਪੇਪਰ ਵਿੱਚ ਕੋਈ ਵੀ ਦਿੱਕਤ ਨਾ ਆਏ। ਹੁਣ ਇਹਦੇ ਤੋਂ ਬਾਅਦ ਹਿਸਟਰੀ ਦਾ ਦੇਖ ਲਈਏ। ਹੁਣ ਹਿਸਟਰੀ ਦਾ ਸਿਲੇਬਸ ਵੀ ਆਪਣੇ ਕੋਲ ਵਾਈਡ ਹੈ। ਹਿਸਟਰੀ ਆਪਣੇ ਕੋਲ 5 ਤਰ੍ਹਾਂ ਦੀ ਦਿੱਤੀ ਹੈ ਇਹਨਾਂ ਨੇ। ਹੁਣ 5 ਤਰ੍ਹਾਂ ਦੀ ਹਿਸਟਰੀ ਮੈਂ 5 ਤਰ੍ਹਾਂ ਦੀ ਤੁਹਾਡੇ ਸਾਹਮਣੇ ਇੱਥੇ ਮੈਂਸ਼ਨ ਕਰਨ ਜਾ ਰਿਹਾ ਹਿਸਟਰੀ। ਤਾਂ ਸਭ ਤੋਂ ਪਹਿਲੇ ਆਪਣੇ ਕੋਲ ਹਿਸਟਰੀ ਹੈਗੀ ਹੈ ਐਂਸ਼ੀਅੰਟ ਹਿਸਟਰੀ, ਪ੍ਰਾਚੀਨ ਭਾਰਤ। ਪ੍ਰਾਚੀਨ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਦਿੱਤਾ ਹੈ ਹੜੱਪਾ ਸਭਿਅਤਾ, ਹੜੱਪਾ ਸਿਵਲਾਈਜੇਸ਼ਨ, ਹੜੱਪਨ ਸਿਵਲਾਈਜੇਸ਼ਨ, ਹੜੱਪਾ ਸਭਿਅਤਾ। दूसरा अपने को आ जाता है वैदिक एज, वैदिक काल। वैदिक एज तो बाद अपने को दो धर्म आ जाते हैं, जैनिज्म ते बुद्धिज्म। जैनिज्म ते बुद्धिज्म, जैन धर्म ते बौद्ध धर्म। जैन धर्म ते बौद्ध धर्म तो बाद अगे चलिए अपने को आ जाते हैं मगध एम्पायर। मगध ਦੇ ਵਿੱਚ अगर आप पढ़िए तो अपने को मौर्य हैगा। देखो मौर्य एम्पायर है ना, 2 पर्सन ने अपने को इत्थे पढ़न वाले, सारे नहीं पढ़ने। चंद्रगुप्त मौर्य, चंद्रगुप्त मौर्य ते अशोक, आ 2% पढ़ना है। ਉਹਦੇ ਤੋਂ ਬਾਅਦ ਆਪਾਂ ਗੁਪਤ ਐਮਪਾਇਰ ਪੜ੍ਹਨਾ ਹੈ। ਗੁਪਤ ਦੇ ਵਿੱਚ ਚੰद्रगुप्त 2 ਤੇ ਸਮੁद्रगुप्त। ਆਪਣੇ ਕੋਲ ਆ 2% ਪੜ੍ਹਨ ਵਾਲੇ ਹੈਗੇ ਜਿਹੜੇ ਇਹਨਾਂ ਨੇ ਦਿੱਤਾ ਹੈ। ਤੇ ਲਾਸਟ ਟੌਪਿਕ ਅਗਰ ਮੈਂ ਗੱਲ ਕਰਾਂ, ਤੁਸੀਂ ਐਂਸ਼ੀਅੰਟ ਦਾ ਬਣਾ ਸਕਦੇ ਹੋ, ਈਵਨ ਕਿ ਮੈਡੀਵਲ ਦੇ ਵਿੱਚ ਵੀ ਐਡ ਹੋ ਜਾਂਦਾ ਹੈ। ਉਹ ਟੌਪਿਕ ਆਪਣੇ ਕੋਲ ਹੈਗਾ ਨਿਊ ਕਿੰਗਸ ਐਂਡ ਕਿੰਗਡਮਸ। ਨਿਊ ਕਿੰਗਸ ਐਂਡ ਹੁਣ ਕਿੰਗਡਮਸ। ਹੁਣ ਆ ਵਾਲਾ ਟੌਪਿਕ ਜਿਹੜਾ ਹੈਗਾ ਇੱਥੇ ਕਾਫੀ ਜਿਹਨਾਂ ਨੂੰ ਦਿੱਕਤ ਆਉਂਦੀ ਹੈ, ਲੇਕਿਨ ਆਪਾਂ ਜਿੰਨੀਆਂ ਵੀ ਕਿੰਗਡਮਸ ਆ ਨਾ ਬੜੇ ਵਧੀਆ ਟ੍ਰਿਕਸ ਦੇ ਨਾਲ ਨਾਰਥ ਇੰਡੀਆ ਸਾਊਥ ਇੰਡੀਆ ਦੀ ਐਵਰੇਜ ਕਰਨੀਆਂ ਨੇ, ਤੁਹਾਨੂੰ ਫਿਊਚਰ ਦੇ ਵਿੱਚ ਕਦੇ ਭੁੱਲਣੀਆਂ ਨਹੀਂ, ਠੀਕ ਹੈ। ਨਿਊ ਕਿੰਗਸ ਐਂਡ ਕਿੰਗਡਮਸ ਤੋਂ ਬਾਅਦ ਚਲੀਏ ਤਾਂ ਆਪਣੇ ਕੋਲ ਮੈਡੀਵਲ ਹਿਸਟਰੀ। ਮੈਡੀਵਲ ਹਿਸਟਰੀ ਬੋਲੇ ਤਾਂ ਮੱਧਕਾਲੀਨ ਭਾਰਤ, ਜਿਹਦੇ ਵਿੱਚ 2 ਚੀਜ਼ਾਂ ਹੀ ਹੈਗੀਆਂ। ਇੱਕ ਹੈ ਦਿੱਲੀ ਸਲਤਨਤ। ਹੁਣ ਦਿੱਲੀ ਸਲਤਨਤ ਦੇ ਵਿੱਚ ਤੁਹਾਡੇ ਕੋਲ ਕੀ ਆਉਣ ਵਾਲਾ ਹੈ? 5 ਵੰਸ਼ ਆਉਣ ਵਾਲੇ ਨੇ। ਉਹ 5 ਵੰਸ਼ ਕਿਹੜੇ ਹੈਗੇ ਨੇ? ਗੁਲਾਮ ਵੰਸ਼, ਸਲੇਵ ਡਾਇਨੈਸਟੀ, ਖਿਲਜੀ ਵੰਸ਼, ਖਿਲਜੀ ਤੋਂ ਬਾਅਦ तुगलक वंश, तुगलक तो बाद सैयद ते सैयद तो बाद लोधी वंश। तो अपने को 5 टॉपिक अपने को रहने वाले दिल्ली सल्तनत दे। दिल्ली सल्तनत तो बाद अपने इंडिया दे विच मेडिवल इंडिया दे विच किहड़े आ जांदा टॉपिक? दैट इज मुगल्स। मुगल्स ते लेटर मुगल्स, उत्तर मुगल काल ਆਪਾਂ ਪੂਰੇ ਦਾ ਪੂਰਾ ਕਵਰ ਕਰਾਂਗੇ। ਮੁਗਲ ਤੇ ਲੇਟਰ ਮੁਗਲ। ਹੁਣ ਇਹਦੇ ਤੋਂ ਬਾਅਦ ਕੀ ਹੁੰਦਾ ਹੈ? ਹੁਣ ਇਹਨਾਂ ਦੇ ਟਾਈਮ ਤੇ ਆਪਣੇ ਕੋਲ ਬ੍ਰਿਟਿਸ਼ਰਸ ਆ ਜਾਂਦੇ ਆ, ਈਸਟ ਇੰਡੀਆ ਕੰਪਨੀ ਆ ਜਾਂਦੀ ਹੈ। ਉਹਨਾਂ ਨੇ ਇਹਨਾਂ ਕੀ ਸਿਲੇਬਸ ਵਿੱਚ ਰੱਖਿਆ, ਉਹ ਵੀ ਆਪਾਂ ਇੱਥੇ ਨਾਲ ਦੇਖ ਲੈਂਦੇ ਹਾਂ। ਤਾਂ ਅਗਰ ਮੈਂ ਗੱਲ ਕਰਾਂ ਆਪਣੇ ਕੋਲ ਸਿਲੇਬਸ ਦੇ ਵਿੱਚ ਅਗਰ ਗੱਲ ਕਰੀਏ ਤਾਂ ਇੱਥੇ ਆਪਣੇ ਕੋਲ ਆ ਜਾਂਦੀ ਹੈ ਈਸਟ ਇੰਡੀਆ ਕੰਪਨੀ, ਹੈ ਨਾ। ਉਹਦੇ ਵਿੱਚ ਇਹਨਾਂ ਦੀ ਐਸਟੈਬਲਿਸ਼ਮੈਂਟ, ਸਥਾਪਨਾ, ਐਸਟੈਬਲਿਸ਼ਮੈਂਟ ਦੇ ਵਿੱਚ ਬੈਟਲ ਆਫ ਪਲਾਸੀ ਤੇ ਬੈਟਲ ਆਫ ਬਕਸਰ। ਬੈਟਲ ਆਫ ਪਲਾਸੀ ਬਕਸਰ 1857 ਦਾ ਵਿਦਰੋਹ ਆ ਜਾਂਦਾ ਹੈ। फिर ब्रिटिशर्स की जिहड़ी एजुकेशन सिस्टम है वो एजुकेशन सिस्टम सारे दा सारा है ना, ब्रिटिशर्स ने अपने इंडिया में एजुकेशन किदा स्टार्ट करी, किहड़ी चीज़ां लैके आए, तो वो सारा इन्हां ने मेंशन करिया इत्थे। उहदे तो बाद अपना मॉडर्न हिस्ट्री, जिन्हों आपां सीधा सीधा लिख लेंदे आ इंडियन नेशनल मूवमेंट। इंडियन नेशनल मूवमेंट जिहड़ियां हैगियां ने मोस्ट इंपोर्टेंट पार्ट बनदा है 1885 ਤੋਂ 1947। ਆ ਵਾਲਾ ਟਾਈਮ ਪੀਰੀਅਡ ਉਹਨਾਂ ਨੇ ਮੈਂਸ਼ਨ ਕਰਿਆ, ਜਿਹਨੂੰ ਆਪਾਂ ਮਾਡਰਨ ਹਿਸਟਰੀ ਦਾ ਨਾਮ ਦੇ ਸਕਦੇ ਹਾਂ। ਤਾਂ ਅਗਰ ਮੈਂ ਇੰਡੀਆ ਦੀ ਹਿਸਟਰੀ ਦੀ ਗੱਲ ਕਰਾਂ, 3 ਤਰ੍ਹਾਂ ਦੀ ਹਿਸਟਰੀ ਹੁੰਦੀ ਹੈ ਇੰਡੀਆ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਦੇਖੀ ਐਂਸ਼ੀਅੰਟ, ਦੂਜੀ ਦੇਖੀ ਮੈਡੀਵਲ ਮੱਧਕਾਲੀਨ, ਤੀਸਰੀ ਆਪਾਂ ਦੇਖ ਲਈ ਮਾਡਰਨ। ਹੁਣ ਹੋਰ ਇਹਨਾਂ ਨੇ ਕੀ ਮੈਂਸ਼ਨ ਕਰਿਆ? 2 ਤਰ੍ਹਾਂ ਦੀ ਹਿਸਟਰੀ ਹੋਰ ਇਹਨਾਂ ਨੇ ਨਾਲ ਦਿੱਤੀ ਹੈ। ਉਹ 2 ਤਰ੍ਹਾਂ ਦੀ ਹਿਸਟਰੀ ਕਿਹੜੀ ਹੈ? 5 ਤਰ੍ਹਾਂ ਦੀ ਹਿਸਟਰੀ ਤੁਹਾਨੂੰ ਮੈਂ ਦੱਸੀ ਹੈ, 5 ਤਰ੍ਹਾਂ ਦੀ ਹਿਸਟਰੀ ਮੈਂਸ਼ਨ ਕਰੀ ਗਈ ਹੈ। ਤਾਂ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਹਿਸਟਰੀ ਹੈ ਉਹ ਆਪਣੇ ਕੋਲ ਹਿਸਟਰੀ ਕਿਹੜੀ ਹੈਗੀ ਹੈ? ਦੈਟ ਇਜ਼ ਪੰਜਾਬ ਹਿਸਟਰੀ। ਤੇ 5ਵੇਂ ਨੰਬਰ ਤੇ ਆਪਣੇ ਕੋਲ ਜਿਹੜੀ ਹੈਗੀ ਹੈ ਦੈਟ ਇਜ਼ ਵਰਲਡ ਹਿਸਟਰੀ। ਵਰਲਡ ਦੇ ਵਿੱਚ ਤਾਂ 2 ਹੀ ਟੌਪਿਕ ਨੇ, ਉਹ ਤੁਹਾਨੂੰ ਪਤਾ ਕਿਹੜੇ ਮੈਂ ਦੱਸ ਵੀ ਦੂੰਗਾ। ਪੰਜਾਬ ਹਿਸਟਰੀ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਫਿਜ਼ੀਕਲ ਫੀਚਰਸ ਹੈਗੇ ਆ, ਫਿਜ਼ੀਕਲ ਫੀਚਰਸ ਆਪਾਂ ਜਿਹੜੀ ਗੱਲ ਕਰਾਂਗੇ, ਜਿਹੜੀਆਂ ਭੂਗੋਲਿਕ ਸਥਿਤੀਆਂ ਹੈਗੀਆਂ ਨੇ, ਉਹ ਫਿਜ਼ੀਕਲ ਫੀਚਰਸ ਦਾ ਹਿਸਟਰੀ ਦੇ ਉੱਪਰ ਇਫੈਕਟ ਗਿਰਿਆ। ਉਹਦੇ ਤੋਂ ਬਾਅਦ ਆਪਣੇ ਕੋਲ ਆਣਗੇ ਸਿੱਖ ਗੁਰੂਜ਼। सिख गुरुज तो बाद अपने को पर्सन आएंगे बंदा सिंह बहादुर जी। बंदा सिंह बहादुर जी तो बाद अपने को स्टार्ट होंगियां सिख मिसल्स। मिसला तो बाद अपने को टॉपिक कवर होगा दल खालसा। दल खालसा तो बाद क्या आएगा? महाराजा रणजीत सिंह। महाराजा रणजीत सिंह ते महाराजा रणजीत सिंह जी तो बाद अपने को आने वाला है
ਇੱਥੇ ਟੌਪਿਕ ਬੰਦਾ ਪੰਜਾਬ ਐਨੈਕਸੇਸ਼ਨ। ਜਿਹੜਾ ਪੰਜਾਬ ਹੈ ਉਹ ਬ੍ਰਿਟਿਸ਼ਰ ਦੇ ਅਧੀਨ ਆ ਜਾਊਗਾ ਫਰਸਟ ਤੇ ਸੈਕਿੰਡ ਐਂਗਲੋ ਸਿੱਖ ਵਾਰ ਤੋਂ ਬਾਅਦ। ਫਰਸਟ ਤੇ ਸੈਕਿੰਡ ਐਂਗਲੋ ਸਿੱਖ ਵਾਰ, ਐਂਗਲੋ ਸਿੱਖ ਯੁੱਧ। ਤਾਂ ਆਪਣੇ ਕੋਲ ਪੰਜਾਬ ਹਿਸਟਰੀ ਦਾ ਸਾਰਾ ਟੌਪਿਕ ਰਹਿਣ ਵਾਲੇ ਨੇ ਜਿਹੜੇ ਆਪਾਂ ਡੀਪ ਦੇ ਵਿੱਚ ਪੜ੍ਹਨੇ ਆ ਪ੍ਰੋਪਰਲੀ। ਉਹਦੇ ਤੋਂ ਬਾਅਦ ਅਗਰ ਮੈਂ ਵਰਲਡ ਦੀ ਗੱਲ ਕਰਾਂ ਤਾਂ ਵਰਲਡ ਦੇ ਦੋ ਟੌਪਿਕ ਆਪਣੇ ਕੋਲ ਰਹਿਣਗੇ। ਪਹਿਲਾ ਤਾਂ ਆਪਣੇ ਕੋਲ ਰਹੇਗਾ ਮਾਡਰਨ ਜਿਹੜਾ ਈਰਾ ਹੈਗਾ ਪੂਰੇ ਵਰਲਡ ਦੇ ਵਿੱਚ ਉਹ ਕਿਦਾਂ ਸਟਾਰਟ ਹੋਇਆ। ਉਹਦੇ ਵਿੱਚ ਟੌਪਿਕ ਹੈਗਾ ਰੈਨੇਸਾ। ਰੈਨੇਸਾ ਹੁੰਦਾ ਪੁਨਰ ਜਾਗਰਣ, ਹਨਾ। ਰੈਨੇਸਾ ਤੇ ਰੀਫੋਰਮੇਸ਼ਨ। ਰੀਫੋਰਮੇਸ਼ਨ ਆਪਾਂ ਇੱਥੇ ਪੜਾਂਗੇ ਧਰਮ ਸੁਧਾਰ ਅੰਦੋਲਨ ਤੇ ਪੁਨਰ ਜਾਗਰਣ ਦਾ ਕਨਸੈਪਟ। ਦੂਸਰਾ ਆਪਣੇ ਕੋਲ ਹੈਗਾ ਵਰਲਡ ਵੋਰ। ਵਰਲਡ ਵੋਰ 1 ਤੇ ਵਰਲਡ ਵੋਰ 2। ਤਾਂ ਵਰਲਡ ਵੋਰ 1 ਤੇ ਵਰਲਡ ਵੋਰ 2 ਦੋ ਟੌਪਿਕ ਰਹਿਣ ਵਾਲੇ ਆ। ਦੇਖੋ ਹੁਣ ਇਹ ਤਾਂ ਸਿਲੇਬਸ ਦਾ ਸੀ, ਹਨਾ। ਹੁਣ ਆਪਾਂ ਅਗਰ ਮਾਰਕਸ ਡਿਸਟ੍ਰੀਬਿਊਸ਼ਨ ਦੇਖੀਏ ਵੀ ਕਿੱਦਾਂ ਕਿੱਦਾਂ ਇਹਨਾਂ ਨੇ ਟੌਪਿਕ ਰੱਖਣੇ ਆ, ਸਾਰਾ ਵੰਡਣਾ ਹੈ। ਤਾਂ ਅਗਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਮੈਂ ਜਿਹੜੀ ਸਿਵਿਕਸ ਦੱਸੀ, ਪੋਲਿਟਿਕਸ ਦੱਸੀ, ਪੋਲਿਟੀਕਲ ਸਾਇੰਸ ਦੱਸੀ। ਪੋਲਿਟੀਕਲ ਸਾਇੰਸ ਦੇ ਵਿੱਚ ਦੋ ਟੌਪਿਕਸ ਵਿੱਚ ਵੰਡਿਆ ਹੋਇਆ ਨਾ। ਐਪਰੋਕਸੀਮੇਟ ਲਗਾ ਸਕਦੇ ਆ ਆਪਣੇ ਕੋਲ ਟੋਟਲ 150 ਮਾਰਕਸ ਦਾ ਤੁਹਾਡੇ ਕੋਲ ਪੇਪਰ ਰਹਿਣ ਵਾਲਾ ਹੈ। 75 ਹੋਣਗੇ ਸਿਵਿਕਸ ਦੇ, 75 ਹੋਣਗੇ ਹਿਸਟਰੀ ਦੇ, ਠੀਕ ਹੈ। 75 ਹੁਣ 75 ਸਿਵਿਕਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਇੱਥੇ ਅਪਰੋਕਸੀਮੇਟ ਤੁਹਾਡੇ ਕੋਲ 40 ਤੋਂ 50 ਕੁਐਸਚਨ, ਜਾਂ ਮੈਂ 40 ਤੋਂ 45 ਕੁਐਸਚਨ ਹੀ ਲਿਖੂੰਗਾ ਇੱਥੇ। ਚਲੋ 50 ਕਰ ਦਿੰਦੇ ਆ। 40 ਤੋਂ 50 ਕੁਐਸਚਨ ਜਿਹੜੇ ਰਹਿਣਗੇ ਉਹ ਰਹਿਣਗੇ ਕਨਸਟੀਟਿਊਸ਼ਨ ਤੋਂ। ਬਾਕੀ ਜਿਹੜੇ ਕੁਐਸਚਨ ਰਹਿਣਗੇ 25 ਕੁਐਸਚਨ ਦੇ ਅਪਰੋਕਸੀਮੇਟ ਉਹ ਰਹਿਣਗੇ ਰਿਮੇਨਿੰਗ ਟੌਪਿਕਸ ਤੋਂ। ਹੁਣ ਰਿਮੇਨਿੰਗ ਟੌਪਿਕਸ ਕਿਹੜੇ ਰਹਿ ਗਏ? ਕੁਝ ਕਰੰਟ ਏਰੀਆ ਕਵਰ ਕਰਨਗੇ, ਯੂਐਨਓ, ਪੰਚਸ਼ੀਲ, ਡਿਜ਼ਾਰਮਾਮੈਂਟ, ਸਾਰਕ, ਉਹ ਸਾਰਾ ਕਵਰ ਹੋਏਗਾ ਆ 20 ਤੋਂ 25 ਕੁਐਸਚਨਸ ਦੇ ਵਿੱਚ, ਠੀਕ ਹੈ। ਤਾਂ ਆਪਣੇ ਕੋਲ ਬਾਕੀ ਜਿਹੜਾ ਕੰਮ ਰਹੇਗਾ ਉਹ ਟੌਪਿਕਸ ਤੋਂ ਆਣਾ, ਬਾਕੀ ਟੌਪਿਕਸ ਤੋਂ। ਤਾਂ ਕੱਲਾ ਕਨਸਟੀਟਿਊਸ਼ਨ ਇੱਥੇ ਜ਼ਰੂਰੀ ਨਹੀਂ ਆ, ਬਾਕੀ ਟੌਪਿਕ ਵੀ ਜ਼ਰੂਰੀ ਨੇ। ਹਿਸਟਰੀ ਦੇ ਵਿੱਚ ਆਈਏ ਤਾਂ ਆਪਣੇ ਕੋਲ 5 ਤਰ੍ਹਾਂ ਦੀ ਹਿਸਟਰੀ ਹੈ। ਤਾਂ ਮੋਟਾ-ਮੋਟਾ ਆਈਡੀਆ ਲਗਾ ਕੇ ਚੱਲੀਏ ਜਿਹੜਾ ਕਿ ਲਾਸਟ ਪ੍ਰੀਵੀਅਸ ਈਅਰ ਪੇਪਰ ਤੇ ਡਿਪੈਂਡ ਰਹਿੰਦਾ ਹੈ। ਐਂਸ਼ੀਐਂਟ, ਮੈਡੀਵਲ, ਮਾਡਰਨ, ਪੰਜਾਬ ਤੇ ਵਰਲਡ। 15 15 15 15 15, है ना। मोटा मोटा आइडिया लगा के चलिए ਤਾਂ ਆ ਸਿਸਟਮ ਬੰਦਾ ਆਪਣੇ ਕੋਲ 15 ਗੁਣਾ 5 ਕਰਾਂਗੇ ਤਾਂ 75 ਆਪਣੇ ਕੋਲ 75 ਮਾਰਕਸ ਦੀ ਹਿਸਟਰੀ ਤੇ 75 ਮਾਰਕਸ ਦੀ ਸਿਵਿਕਸ, ਮਤਲਬ 150 ਨੰਬਰ ਦਾ ਆਪਣੇ ਕੋਲ ਪੇਪਰ ਰਹੇਗਾ। 150 ਹੀ ਕੁਐਸਚਨਸ ਰਹਿਣਗੇ। ਸਿਲੇਬਸ ਤੁਹਾਡੇ ਨਾਲ ਮੈਂ ਆਲਰੇਡੀ ਡਿਸਕਸ ਕਰ ਚੁੱਕਿਆ। ਤਾਂ ਸਿਲੇਬਸ ਰਿਗਾਰਡਿੰਗ ਕਲਾਸਿਸ ਜਿਹੜੀਆਂ ਨੇ ਉਹ ਜਲਦੀ ਹੀ ਸਟਾਰਟ ਹੋਣ ਜਾ ਰਹੀਆਂ ਨੇ। ਉਹ ਤੁਸੀਂ ਘਰ ਬੈਠੇ ਆਪਣੇ ਫੋਨ ਤੇ ਕੱਲੀ ਕਲਾਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ। ਨਾਲ ਦੀ ਨਾਲ ਜਿੰਨੇ ਵੀ ਟੌਪਿਕ ਹੈ ਹਰ ਟੌਪਿਕ ਦਾ ਤੁਹਾਨੂੰ ਟੈਸਟ ਦਿੱਤਾ ਜਾਏਗਾ। ਹਰ ਟੌਪਿਕ ਦੇ ਤੁਹਾਨੂੰ MCQ ਸੀਰੀਜ਼ ਮਿਲੇਗੀ। ਜਿੰਨੇ ਵੀ ਕੁਐਸਚਨ ਬੰਦੇ ਆ ਉਹ ਕੁਐਸਚਨ ਤੁਹਾਡੇ ਟੈਸਟ ਦੇ ਵਿੱਚ ਕਵਰ ਹੋ ਜਾਣਗੇ ਤਾਂ ਕਿ ਕੋਈ ਵੀ ਪੇਪਰ ਜਿਹੜਾ ਤੁਸੀਂ ਦਿਓਗੇ ਮਾਸਟਰ ਕੈਡਰ ਵਾਲਾ, ਕੋਈ ਵੀ ਕੁਐਸਚਨ ਹੋਏਗਾ ਉਹ ਵਾਲੇ ਪੇਪਰ ਦੇ ਵਿੱਚ ਤੁਹਾਡਾ ਕੋਈ ਸਿੰਗਲ ਕੁਐਸਚਨ ਵੀ ਬਾਹਰ ਤੋਂ ਨਾ ਆਏ। ਤਾਂ ਮੇਨ ਮੋਟਿਵ ਸਾਡਾ ਰਹੇਗਾ ਟੈਸਟ ਨੂੰ ਕਲੀਅਰ ਕਰਨਾ। ਜਿੰਨੇ ਵੀ ਕੁਐਸਚਨ ਹੋਣਗੇ 150 ਆ ਰਹੇ ਆ ਤਾਂ ਸਾਰੇ ਦੇ ਸਾਰੇ ਅਟੈਂਪਟ ਕਰਨੇ ਆਪਾਂ ਵਧੀਆ ਤਰੀਕੇ ਨਾਲ ਤੇ ਐਕਿਊਰੇਸੀ ਨਾਲ। ਤੇ ਆਪਣੇ ਕੋਲ ਜਿਹੜਾ ਟਾਈਮ ਹੈ ਉਹ ਬਹੁਤ ਹੀ ਘੱਟ ਹੈ। ਤੁਸੀਂ ਜਲਦੀ ਤੋਂ ਜਲਦੀ ਗਿਆਨਮ ਅਬੋਹਰ ਦੀ ਐਪਲੀਕੇਸ਼ਨ ਡਾਊਨਲੋਡ ਕਰੋ। ਦੇਖੋ ਤੁਸੀਂ ਜਿਹੜੀਆਂ ਕਲਾਸਿਸ ਨੇ ਆਨਲਾਈਨ ਲਾਈਵ ਕਲਾਸਿਸ ਜਿਹੜੀਆਂ ਹੋਣਗੀਆਂ, ਆਨਲਾਈਨ ਕਲਾਸਿਸ ਕਿੱਥੇ ਲਗਾ ਸਕਦੇ ਹੋ? ਆਨਲਾਈਨ ਕਲਾਸਿਸ ਜਿਹੜੀਆਂ ਰਹਿਣਗੀਆਂ ਤੁਹਾਡੇ ਕੋਲ ਉਹ ਲਗਾ ਸਕਦੇ ਹੋ ਤੁਸੀਂ ਗਿਆਨਮ ਅਬੋਹਰ ਦੀ ਐਪਲੀਕੇਸ਼ਨ ਤੇ। ਗਿਆਨਮ ਅਬੋਹਰ ਤੁਸੀਂ ਪਲੇ ਸਟੋਰ ਤੇ ਜਾ ਕੇ ਗਿਆਨਮ ਅਬੋਹਰ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ। ਅਦਰਵਾਈਜ਼ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ। ਉਹ ਵਾਲੀ ਐਪਲੀਕੇਸ਼ਨ ਦੇ ਉੱਪਰ ਤੁਸੀਂ ਡੈਮੋ ਕਲਾਸਿਸ ਦੇਖ ਸਕਦੇ ਹੋ। ਵੈਸੇ ਡੈਮੋ ਦੀ ਲੋੜ ਨਹੀਂ ਹੈ, ਤੁਸੀਂ ਸਿੱਧਾ ਜੁਆਇਨ ਵੀ ਕਰੋਗੇ ਤੁਹਾਨੂੰ ਬੈਸਟ ਕੁਆਲਿਟੀ ਦੀ ਵੀਡੀਓ ਹੀ ਮਿਲਣਗੀਆਂ, ਬੈਸਟ ਕੰਟੈਂਟ ਮਿਲੇਗਾ ਜਿਹੜਾ ਕਿ ਤੁਸੀਂ ਅੱਜ ਤੱਕ ਕਿਧਰ ਕਰਿਆ ਨਹੀਂ ਹੋਏਗਾ, ਠੀਕ ਹੈ। ਇਵਨ ਕਿ ਕਾਫੀ ਜਿਹਨਾਂ ਨੂੰ ਦਿੱਕਤ ਆਉਂਦੀ ਹੈ ਸਾਡੀ ਸਰ ਹਿਸਟਰੀ ਸਟਰੋਂਗ ਹੈ ਪੋਲਿਟਿਕਸ ਸਟਰੋਂਗ ਨਹੀਂ ਹੈ, ਜਾਂ ਪੋਲਿਟਿਕਸ ਸਟਰੋਂਗ ਹੈ ਹਿਸਟਰੀ ਸਟਰੋਂਗ ਨਹੀਂ ਹੈ। ਆਪਾਂ ਦੋਨੋਂ ਦੇ ਦੋਨੋਂ ਟੌਪਿਕ ਜਿਹੜੇ ਹੈਗੇ ਆ ਉਹ ਸਟਰੋਂਗ ਕਰਨੇ ਨੇ, ਉਹ ਦੋਨਾਂ ਨੂੰ ਸਟਰੋਂਗ ਬਣਾਉਣਾ ਹੈ। ਦੋਨਾਂ ਨੂੰ ਸਟਰੋਂਗ ਬਣਾਉਣ ਵਾਸਤੇ ਆਪਾਂ ਨੂੰ ਕਲਾਸਿਸ ਲਗਾਉਣੀਆਂ ਪੈਣਗੀਆਂ, ਹਨਾ। ਤਾਂ ਕਲਾਸਿਸ ਦੇ ਵਿੱਚ ਤੁਹਾਡੇ ਕੋਲ ਤੁਸੀਂ ਡੈਮੋ ਕਲਾਸਿਸ ਲਗਾ ਕੇ ਦੇਖੋ, ਬੈਸਟ ਕੁਆਲਿਟੀ ਦੀ ਤੁਹਾਨੂੰ ਕਲਾਸਿਸ ਮਿਲਣਗੀਆਂ। ਉਹਦੇ ਬਾਅਦ ਤੁਸੀਂ ਰਜਿਸਟ੍ਰੇਸ਼ਨ ਕਰਵਾ ਦਿਓ। ਰਜਿਸਟ੍ਰੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਹੈ। ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਆ ਨੰਬਰ ਤੇ ਕੰਟੈਕਟ ਕਰ ਸਕਦੇ ਹੋ 7453000046, ਠੀਕ ਹੈ। ਤਾਂ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।